ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਫਿਰ ਬਿਨਾਂ ਕੁਝ ਕਹੇ ਪਹਿਲੀ ਵਾਰ ਕਰਨ ਨੇ ਮੇਰੇ ਲਿਆਂਦੇ ਪਿਆਰ ਨਾਲ ਖਾਣੇ ਦਾ ਆਨੰਦ ਲਿਆ ਤੇ ਅਸੀਂ ਦੋਹਾਂ ਨੇ ਬੈਠ ਇਕੱਠਿਆਂ ਖਾਣਾ ਖਾਧਾ ਤੇ ਬਾਅਦ ਵਿੱਚ ਕੁਝ ਵਕਤ ਬੈਠ ਦੋਹਾਂ ਗੱਲਾਂ ਕੀਤੀਆਂ ਤੇ ਮੈਂ ਵਾਪਿਸ ਆਉਣ ਹੀ ਲੱਗੀ ਸਾਂ ਕਿ ਇੰਨੇ ਨੂੰ ਕਰਨ ਕੋਲ ਇੱਕ ਨਰਸ ਆਈ ਤੇ ਉਸਨੇ ਕਿਹਾ, ਹਸਪਤਾਲ ਦੇ ਲੇਡੀਜ਼ ਵਾਰਡ ਦੀ ਲੜਕੀ ਜੋ ਕਿ ਸਿਕਿਉਰਿਟੀ ਦਾ ਕੰਮ ਕਰਦੀ, ਉਹ ਆਪਣਾ ਹਿਸਾਬ ਮੰਗ ਰਹੀ ਕਿ ਉਸਨੇ ਨੌਕਰੀ ਛੱਡਣੀ ਹੈ। ਕਰਨ ਇਹ ਸੁਣ ਟੈਨਸ਼ਨ ਵਿੱਚ ਪੈ ਗਏ ਕਿ ਉਸਦਾ ਕੰਮ ਕੌਣ ਸੰਭਾਲੇਗਾ। ਕਿ ਮੈਂ ਕਿਹਾ ਕਿ ਅਗਰ ਉਹ ਚਾਹੁਣ ਤਾਂ ਇੱਕ ਲੜਕੀ ਹੈ ਜਿਸ ਨੂੰ ਕੰਮ ਦੀ ਲੋੜ ਹੈ ਤੇ ਉਸ ਨੂੰ ਜੇ ਇੱਥੇ ਲਗਾਇਆ ਜਾਵੇ। ਕਰਨ ਕੌਣ ਲੜਕੀ? ਸਹਿਜ ਰੀਨਾ। ਕਰਨ ਰੀਨਾ ਕੌਣ? ਸਹਿਜ ਉਹ ਜੋ ਆਪਾਂ ਨੂੰ ਵਿਦੇਸ਼ ਵਿੱਚ ਮਿਲੀ ਸੀ। ਕਰਨ ਉਹ ਲੜਕੀ, ਉਹ ਸਹਿਜ ਤੁਹਾਨੂੰ ਕਿੱਥੇ ਮਿਲ ਗਈ? ਸਹਿਜ ਦਰਅਸਲ ਉਹ ਮੈਨੂੰ ਕੱਲ ਬਾਜ਼ਾਰ ਵਿੱਚ ਮਿਲੀ ਸੀ, ਆਪਣੀ ਮਾਂ ਨਾਲ ਸੀ ਤੇ ਉਹ ਵਿਚਾਰੀ ਨੂੰ ਕੰਮ ਦੀ ਲੋੜ ਹੈ। ਕਰਨ ਨਹੀਂ, ਮੈਨੂੰ ਉਸ ਲੜਕੀ ਤੇ ਬਿਲਕੁਲ ਯਕੀਨ ਨਹੀਂ ਹੈ। ਸਹਿਜ ਕਰਨ ਯਕੀਨ, ਉਹ ਪਰੇਸ਼ਾਨ ਹੈ ਤੇ ਉਸਦੀ ਮਾਂ ਨੇ ਖੁਦ ਕਿਹਾ ਮੈਨੂੰ ਕਿ ਉਸਨੂੰ ਕੰਮ ਦੀ ਲੋੜ ਹੈ। ਮੈਂ ਉਸਦੀ ਸਿਰਫ ਮਾਂ ਲਈ ਕਹਿ ਰਹੀ। ਮੈਂ ਜਾਣਦੀ ਹਾਂ ਕਿ ਜ਼ਰੂਰ ਰੀਨਾ ਨਾਲ ਕੁਝ ਬਹੁਤ ਬੁਰਾ ਹੋਇਆ ਹੈ। ਕਰਨ ਸਹਿਜ ਨਹੀਂ। ਸਹਿਜ ਪਲੀਜ਼ ਕਰਨ, ਇੱਕ ਵਾਰ ਤੁਸੀਂ ਮੌਕਾ ਦੇ ਕੇ ਦੇਖ ਲਓ, ਮੇਰੇ ਕਹੇ ਤੇ ਉਸਦੀ ਸਿਰਫ ਮਾਂ ਲਈ। ਕਰਨ ਸਹਿਜ ਤੁਸੀਂ ਕਿਹੜੇ ਚੱਕਰ ਵਿੱਚ ਪਾ ਦਿੱਤਾ ਮੈਨੂੰ? ਤੁਹਾਨੂੰ ਪਤਾ ਹੈ ਮੈਂ ਤੁਹਾਡਾ ਕਿਹਾ ਨਹੀਂ ਮੋੜ ਸਕਦਾ। ਸਹਿਜ ਫਿਰ ਦੇ ਦੇਵੋ ਇੱਕ ਮੌਕਾ ਉਸਨੂੰ। ਕਰਨ ਠੀਕ ਹੈ, ਤੁਹਾਡੇ ਕਹੇ ਤੇ ਸਿਰਫ ਇੱਕ ਮੌਕਾ, ਪਰ ਜੇ ਉਸਨੇ ਕੁਝ ਵੀ ਊਚ ਨੀਚ ਕੀਤੀ ਤਾਂ ਬਸ ਫਿਰ ਉਸੇ ਵਕਤ ਉਸਨੂੰ ਨਿਕਾਲ ਦਿੱਤਾ ਜਾਵੇਗਾ। ਸਹਿਜ ਠੀਕ ਹੈ। ਕਰਨ ਹਾਂ, ਪਰ ਉਹਨਾਂ ਨਾਲ ਸੰਪਰਕ ਕਿਵੇਂ ਕੀਤਾ ਜਾਵੇਗਾ? ਸਹਿਜ ਉਹਨਾਂ ਦੀ ਮਾਤਾ ਨੇ ਮੈਨੂੰ ਨੰਬਰ ਦਿੱਤਾ ਸੀ ਆਪਣਾ, ਮੈਂ ਘਰ ਜਾ ਫੋਨ ਕਰਦੀ ਹਾਂ। ਕਰਨ ਠੀਕ ਹੈ, ਇਹ ਮੇਰਾ ਮੋਬਾਈਲ ਲਓ, ਇਸ ਤੋਂ ਕਰ ਲਵੋ। ਸਹਿਜ ਨਹੀਂ, ਉਹ ਕੋਈ ਘਰ ਦਾ ਨੰਬਰ ਮੈਂ ਘਰ ਜਾ ਕੇ ਹੀ ਕਰਦੀ। ਚਲੋ ਹੁਣ ਮੈਂ ਚੱਲਦੀ ਹਾਂ। ਇਹ ਕਹਿ ਮੈਂ ਉੱਥੋਂ ਘਰ ਲਈ ਚੱਲ ਪਈ, ਪਰ ਮੈਂ ਘਰ ਜਾਂਦੇ ਜਾਂਦੇ ਟ੍ਰੈਫਿਕ ਦੀ ਵਜ੍ਹਾ ਦੇ ਬਾਰਿਸ਼ ਦੀ ਵਜ੍ਹਾ ਕੁਝ ਲੇਟ ਹੋ ਗਈ। ਉਧਰ ਕਰਨ ਨੇ ਘਰ ਫੋਨ ਕਰ ਮੰਮੀ ਜੀ ਤੋਂ ਪਤਾ ਕੀਤਾ ਕਿ ਮੈਂ ਘਰ ਪਹੁੰਚ ਗਈ ਹਾਂ ਕਿ ਨਹੀਂ। ਜਦੋਂ ਕਰਨ ਨੂੰ ਪਤਾ ਲੱਗਾ ਕਿ ਮੈਂ ਘਰ ਨਹੀਂ ਪਹੁੰਚੀ ਤਾਂ ਕਰਨ ਬਹੁਤ ਪਰੇਸ਼ਾਨ ਹੋ ਗਏ। ਨਾ ਤਾਂ ਮੇਰੇ ਕੋਲ ਮੋਬਾਈਲ ਫੋਨ ਸੀ ਜੋ ਉਹ ਮੈਨੂੰ ਫੋਨ ਕਰ ਪੁੱਛ ਸਕਦੇ, ਤੇ ਫਿਰ ਮੈਂ ਜਦੋਂ ਘਰ ਪਹੁੰਚੀ ਤਾਂ ਘਰ ਪਹੁੰਚਣ ਮੈਨੂੰ ਪਤਾ ਲੱਗਾ ਕਿ ਕਰਨ ਮੇਰੇ ਲਈ ਪਰੇਸ਼ਾਨ ਸਨ। ਤਾਂ ਮੈਂ ਕਰਨ ਨੂੰ ਫੋਨ ਕਰ ਦੱਸਿਆ ਕਿ ਉਹ ਬਾਰਿਸ਼ ਦੀ ਵਜ੍ਹਾ ਨਾਲ ਟ੍ਰੈਫਿਕ ਵਿੱਚ ਫਸ ਗਈ ਸੀ। ਤਾਂ ਕਰਨ ਦੀ ਪਰੇਸ਼ਾਨੀ ਮੁੱਕੀ। ਫਿਰ ਕਰਨ ਅੱਜ ਜਲਦੀ ਹੀ ਘਰ ਆ ਗਏ ਤੇ ਆਉਂਦੇ ਹੀ ਮੈਨੂੰ ਰੂਮ ਵਿੱਚ ਲੈ ਗਏ ਤੇ ਰੂਮ ਵਿੱਚ ਲਿਜਾ ਉਹਨਾਂ ਮੇਰੇ ਹੱਥ ਇੱਕ ਡੱਬਾ ਰੱਖ ਦਿੱਤਾ। ਸਹਿਜ ਕਰਨ ਇਹ ਕੀ ਹੈ? ਕਰਨ ਇਹ ਗਿਫਟ ਹੈ ਤੁਹਾਡੇ ਲਈ, ਦੇਖ ਲਓ ਖੋਲ ਕੇ। ਸਹਿਜ ਹਾਂਜੀ, ਪਰ ਦੱਸੋ ਤਾਂ ਸਹੀ ਕੀ ਹੈ ਤੇ ਕਿੱਧਰ ਨੂੰ ਖੁੱਲਦਾ ਹੈ? ਕਰਨ ਓਹੋ ਮੇਰੀ ਪਾਗਲੀ ਪਤਨੀ, ਇਹ ਇੱਧਰ ਨੂੰ ਖੁੱਲਦਾ ਹੈ। ਸਹਿਜ ਕਰਨ ਨੇ ਡੱਬਾ ਖੋਲ ਮੇਰੇ ਹੱਥ ਫੜਾ ਦਿੱਤਾ ਤਾਂ ਮੈਂ ਦੇਖਿਆ ਉਸ ਵਿੱਚ ਇੱਕ ਬਹੁਤ ਸੋਹਣਾ ਛੋਟਾ ਜਿਹਾ ਮੋਬਾਈਲ ਫੋਨ ਸੀ। ਸਹਿਜ ਇਹ ਕੀ ਹੈ? ਮੋਬਾਈਲ ਫੋਨ। ਕਰਨ ਹਾਂਜੀ। ਸਹਿਜ ਕਿਸ ਦੇ ਲਈ? ਕਰਨ ਤੁਹਾਡੇ ਲਈ। ਸਹਿਜ ਮੇਰੇ ਲਈ, ਪਰ ਮੈਨੂੰ ਮੋਬਾਈਲ ਫੋਨ ਦੀ ਕੀ ਲੋੜ ਹੈ? ਘਰ ਫੋਨ ਹੈ ਤਾਂ ਹੈ। ਕਰਨ ਨਹੀਂ ਲੋੜ ਹੈ। ਅੱਜ ਪਤਾ ਤੁਹਾਨੂੰ ਮੈਂ ਕਿੰਨਾ ਡਰ ਗਿਆ ਸੀ ਤੇ ਪਰੇਸ਼ਾਨ ਹੋਇਆ। ਅਗਰ ਤੁਹਾਡੇ ਪਾਸ ਫੋਨ ਹੁੰਦਾ ਤਾਂ ਮੈਨੂੰ ਇੰਨੀ ਪਰੇਸ਼ਾਨੀ ਨਾ ਹੁੰਦੀ। ਸਹਿਜ ਉਹ ਅੱਛਾ ਜੀ, ਇੰਨਾ ਡਰ ਗਏ ਸੀ ਜੇ ਮੈਨੂੰ ਕੁਝ। ਕਰਨ ਚੁੱਪ, ਇਹ ਜਿਹਾ ਕੁਝ ਕਹਿਣਾ ਵੀ ਨਾ। ਜੇ ਤੁਹਾਨੂੰ ਕੁਝ ਹੋ ਜਾਂਦਾ ਤੇ ਮੈਂ ਤਾਂ ਮਰ ਹੀ ਜਾਂਦਾ। ਸਹਿਜ ਚੁੱਪ ਨਹੀਂ। ਕਰਨ ਇਹੋ ਜਿਹੀ ਮਰਨ ਮਰਾਉਣ ਵਾਲੀ ਗੱਲ ਨਾ ਕਰੋ। ਕੁਝ ਨਹੀਂ ਹੁੰਦਾ ਮੈਨੂੰ ਤੇ ਕੁਝ ਨਹੀਂ ਹੋਣ ਦੇਣਾ ਮੈਂ ਤੁਹਾਨੂੰ। ਕਰਨ ਹਾਂ ਠੀਕ ਹੈ ਬਾਬਾ। ਉਸ ਤੋਂ ਬਾਅਦ ਕਰਨ ਨੇ ਮੈਨੂੰ ਮੋਬਾਈਲ ਫੋਨ ਚਲਾਉਣਾ ਸਿਖਾ ਦਿੱਤਾ ਤੇ ਫਿਰ ਮੈਂ ਸਭ ਤੋਂ ਪਹਿਲਾਂ ਆਪਣੇ ਨਵੇਂ ਮਿਲੇ ਪਹਿਲੇ ਮੋਬਾਈਲ ਫੋਨ ਤੋਂ ਫੋਨ ਲਗਾ ਆਪਣੇ ਘਰ ਬਾਪੂ ਜੀ ਤੇ ਪਿਆਰੀ ਜੀ ਨਾਲ ਖੂਬ ਗੱਲਾਂ ਕੀਤੀਆਂ ਤੇ ਬਾਅਦ ਸ਼ਾਮ ਵਿੱਚ ਮੈਨੂੰ ਖਿਆਲ ਆਇਆ ਕਿ ਮੈਂ ਰੀਨਾ ਨੂੰ ਫੋਨ ਕਰ ਦੱਸ ਦੇਵਾਂ
ਕਿ ਕੱਲ ਉਹ ਆ ਹਸਪਤਾਲ ਨੌਕਰੀ ਲਈ ਆਪਣੀ ਇੰਟਰਵਿਊ ਦੇ ਜਾਵੇ। ਉਸ ਤੋਂ ਬਾਅਦ ਮੈਂ ਰੀਨਾ ਨੂੰ ਉਸਦੇ ਘਰ ਫੋਨ ਲਗਾਇਆ ਤੇ ਫੋਨ ਉਸਦੀ ਮਾਤਾ ਜੀ ਨੇ ਚੁੱਕਿਆ ਤੇ ਮੈਂ ਮਾਤਾ ਜੀ ਨੂੰ ਦੱਸਿਆ ਕਿ ਮੈਂ ਸਹਿਜ ਬੋਲ ਰਹੀ ਹਾਂ ਤੇ ਰੀਨਾ ਨੂੰ ਨੌਕਰੀ ਬਾਰੇ ਫੋਨ ਕੀਤਾ ਸੀ ਤੇ ਇੱਕ ਹਸਪਤਾਲ ਮੈਂ ਉਹਨਾਂ ਨੂੰ ਹਸਪਤਾਲ ਦਾ ਨਾਮ ਤੇ ਐਡਰੈਸ ਦੇ ਦਿੱਤਾ ਤੇ ਕੱਲ ਨੂੰ ਜਾਣ ਲਈ ਕਿਹਾ ਤਾਂ ਰੀਨਾ ਦੇ ਮਾਤਾ ਨੇ ਕਿਹਾ ਕਿ ਉਹ ਰੀਨਾ ਨੂੰ ਕਹਿ ਦੇਣਗੇ ਤੇ ਪਹੁੰਚ ਜਾਵੇਗੀ। ਕੱਲ ਰੀਨਾ ਹਸਪਤਾਲ ਚੱਲੋ ਇਹ ਕੰਮ ਤਾਂ ਹੋ ਗਿਆ ਸੀ ਤੇ ਹੁਣ ਮੈਂ ਹਰ ਰੋਜ਼ ਕਰਨ ਨੂੰ ਦੁਪਹਿਰ ਵਕਤ ਖਾਣਾ ਦੇ ਕੇ ਆਉਣ ਦੀ ਸੋਚੀ ਤੇ ਦੂਜੇ ਦਿਨ ਰੀਨਾ ਪਹੁੰਚ ਗਈ ਹਸਪਤਾਲ। ਉਸਨੂੰ ਨੌਕਰੀ ਤੇ ਰੱਖ ਲਿਆ ਗਿਆ। ਅਗਲੇ ਹੀ ਦਿਨ ਤੋਂ ਰੀਨਾ ਨੂੰ ਨੌਕਰੀ ਤੇ ਆਉਣ ਲਈ ਕਿਹਾ ਗਿਆ। ਮੈਂ ਦੁਪਹਿਰ ਵਕਤ ਜਦੋਂ ਕਰਨ ਨੂੰ ਖਾਣਾ ਦੇਣ ਪਹੁੰਚੀ ਤਾਂ ਇਹ ਜਾਣ ਬੜਾ ਖੁਸ਼ੀ ਹੋਈ। ਉਸ ਤੋਂ ਬਾਅਦ ਹੁਣ ਰੀਨਾ ਹਸਪਤਾਲ ਵਿੱਚ ਕੰਮ ਕਰਨ ਲੱਗੀ ਸੀ ਵਧੀਆ ਤੇ ਮੇਰਾ ਵੀ ਹੁਣ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਹਸਪਤਾਲ ਤੇ ਕਰਨ ਤੇ ਮੈਂ ਹੁਣ ਘਰ ਤੋਂ ਬਿਨਾਂ ਹਸਪਤਾਲ ਵੀ ਦੁਪਹਿਰ ਵਕਤ ਇਕੱਠੇ ਸਮਾਂ ਬਿਤਾਉਣ ਲੱਗੇ। ਦਿਨ ਬਹੁਤ ਹਸੀਨ ਬੀਤ ਰਹੇ ਸਨ ਤੇ ਹੁਣ ਮੈਂ ਤੇ ਕਰਨ ਵੀ ਇੱਕ ਦੂਜੇ ਤੋਂ ਪਲ ਦੀ ਦੂਰੀ ਸਹਿ ਨਹੀਂ ਸਕਦੇ ਸੀ। ਜਦੋਂ ਦਿਲ ਕਰਦਾ ਵਿਹਲੇ ਹੋ ਕਰਨ ਮੈਨੂੰ ਫੋਨ ਲਗਾ ਲੈਂਦੇ ਤੇ ਫਿਰ ਦੁਪਹਿਰ ਵਕਤ ਤਾਂ ਮੈਂ ਪਹੁੰਚ ਹੀ ਜਾਂਦੀ ਸਾਂ ਹਸਪਤਾਲ। 2 ਕੁ ਮਹੀਨੇ ਬੀਤੇ ਤੇ ਖੁਸ਼ੀ-ਖੁਸ਼ੀ ਮੇਰੀ ਤੇ ਕਰਨ ਦੀ ਜ਼ਿੰਦਗੀ ਰੰਗੀਨ ਚੱਲ ਰਹੀ ਸੀ। ਰੋਜ਼ ਦੀ ਤਰ੍ਹਾਂ ਮੈਂ ਦੁਪਹਿਰ ਵਕਤ ਖਾਣਾ ਲੈ ਹਸਪਤਾਲ ਪਹੁੰਚੀ। ਮੈਂ ਦੇਖਿਆ ਕਿ ਰੀਨਾ ਆਪਣੇ ਕੰਮੀ ਲੱਗੀ ਹੋਈ ਸੀ। ਰੋਜ਼ ਦੀ ਤਰ੍ਹਾਂ ਮੈਂ ਉਸਨੂੰ ਇਹ ਪੁੱਛ ਅੱਗੇ ਲੰਘ ਗਈ ਕਿ ਰੀਨਾ ਠੀਕ ਹੈ, ਮਾਤਾ ਜੀ ਕਿਵੇਂ ਹਨ। ਉਸ ਤੋਂ ਬਾਅਦ ਮੈਂ ਖਾਣਾ ਲੈ ਕਰਨ ਕੋਲ ਖਾਣਾ ਖਾਣ ਲੱਗੀ ਤੇ ਖਾਣਾ ਖਾਣ ਤੋਂ ਬਾਅਦ ਮੈਂ ਜਦੋਂ ਘਰ ਜਾ ਰਹੀ ਸੀ ਤਾਂ ਮੈਂ ਦੇਖਿਆ ਕਿ ਰੀਨਾ ਖੜੇ-ਖੜੇ ਅਚਾਨਕ ਬੇਹੋਸ਼ ਹੋ ਗਿਰ ਗਈ। ਜਦੋਂ ਰੀਨਾ ਬੇਹੋਸ਼ ਹੋ ਗਿਰੀ ਤਾਂ ਮੈਂ ਭੱਜ ਕੇ ਰੀਨਾ ਪਾਸ ਗਈ ਤੇ ਆਸੇ-ਪਾਸੇ ਦੇ ਵਰਕਰ ਵੀ ਕੋਲ ਜਾ ਰੀਨਾ ਨੂੰ ਉਠਾ ਬੈੱਡ ਤੇ ਲਟਾਇਆ ਤੇ ਫਿਰ ਇੱਕ ਨਰਸ ਨੇ ਰੀਨਾ ਦਾ ਚੈੱਕਅਪ ਕੀਤਾ। ਉਸ ਤੋਂ ਬਾਅਦ ਕਿਤੇ ਜਾ ਰੀਨਾ ਨੂੰ ਹੋਸ਼ ਆਇਆ ਪਰ ਮੈਂ ਤੇ ਰੀਨਾ ਨਰਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਜਦੋਂ ਉਹਨਾਂ ਦੱਸਿਆ ਕਿ ਰੀਨਾ ਦਾ ਚੈੱਕਅਪ ਕਰਨ ਤੇ ਪਤਾ ਚੱਲਿਆ ਹੈ ਕਿ ਰੀਨਾ ਪ੍ਰੈਗਨੈਂਟ ਹੈ। ਰੀਨਾ ਇਹ ਸੁਣ ਇੱਕ ਪਲ ਲਈ ਤਾਂ ਸੁੰਨ ਹੋ ਗਈ ਤੇ ਉਸਦੀਆਂ ਇਹ ਸੁਣ ਕੇ ਅੱਖਾਂ ਭਰ ਆਈਆਂ। ਰੀਨਾ ਦੁਖੀ ਸੀ ਕਿ ਉਹ ਪ੍ਰੈਗਨੈਂਟ ਹੈ। ਕੀ ਕਰੇਗੀ ਉਹ ਇਸ ਬੱਚੇ ਦਾ ਜਦੋਂ ਉਸਦੇ ਬਾਪ ਨੇ ਹੀ ਉਸਨੂੰ ਠੁਕਰਾ ਦਿੱਤਾ। ਮੈਂ ਉਸਨੂੰ ਉਦਾਸ ਦੇਖ ਉਸਦੀ ਉਦਾਸੀ ਦੀ ਵਜ੍ਹਾ ਪੁੱਛੀ ਤਾਂ ਪਹਿਲਾਂ ਤਾਂ ਰੀਨਾ ਮੇਰੇ ਗਲੇ ਲੱਗ ਫੁੱਟ-ਫੁੱਟ ਰੋਣ ਲੱਗੀ। ਫਿਰ ਮੈਂ ਰੀਨਾ ਨੂੰ ਲੈ ਗੈਸਟ ਰੂਮ ਵਿੱਚ ਆ ਗਈ ਤੇ ਰੀਨਾ ਨੂੰ ਚੁੱਪ ਕਰਵਾ ਉਸ ਤੋਂ ਪੁੱਛਿਆ, ਸਹਿਜ ਰੀਨਾ ਕੀ ਗੱਲ ਤੂੰ ਰੋ ਕਿਉਂ ਰਹੀ ਹੈ? ਪਾਗਲ ਤੈਨੂੰ ਖੁਸ਼ ਹੋਣਾ ਚਾਹੀਦਾ ਹੈ, ਤੂੰ ਮਾਂ ਬਣਨ ਵਾਲੀ ਹੈ। ਰੀਨਾ ਇੰਜ ਖੁਸ਼ ਹੋਵਾਂ? ਮਾਂ ਤਾਂ ਬਣਨ ਵਾਲੀ ਹਾਂ ਪਰ ਕੀ ਕਰਾਂਗੀ ਇਸ ਬੱਚੇ ਦਾ? ਸਹਿਜ ਕੀ ਕਰਾਂਗੀ ਮਤਲਬ? ਰੀਨਾ ਹਾਂ ਜਦੋਂ ਇਹ ਵੱਡਾ ਹੋ ਆਪਣੇ ਪਾਪਾ ਬਾਰੇ ਪੁੱਛੇਗਾ ਕੀ ਕਹਾਂਗੀ ਇਸਨੂੰ? ਸਹਿਜ ਹਾਂ ਸੱਚ ਰਘੂ ਕਿੱਥੇ ਹੈ? ਰੀਨਾ ਰਘੂ ਧੋਖਾ ਦਿੱਤਾ, ਇਸਦੇ ਬਾਪ ਨੇ ਮੈਨੂੰ ਧੋਖੇ ਨਾਲ ਮੇਰੇ ਨਾਲ ਵਿਆਹ ਰਚਾ ਮੈਨੂੰ ਵਿਦੇਸ਼ ਲਿਜਾ ਛੱਡ ਦਿੱਤਾ ਤੇ ਗੋਰੀ ਨਾਲ ਜਾ ਵਿਆਹ ਕਰਵਾ ਲਿਆ ਉਸਨੇ। ਸਹਿਜ ਕੀ? ਰੀਨਾ ਹਾਂ ਸਹਿਜ ਦਰਅਸਲ ਮੈਂ ਰਘੂ ਨਾਲ ਵਿਆਹ ਕਰਵਾਇਆ ਸੀ ਆਪਣੀ ਮਰਜ਼ੀ ਨਾਲ। ਬਹੁਤ ਪਿਆਰ ਕਰਦੇ ਸਾਂ ਅਸੀਂ ਦੋਵੇਂ ਇੱਕ ਦੂਜੇ ਨੂੰ। ਰਘੂ ਨੇ ਮੇਰੇ ਲਈ ਆਪਣੇ ਘਰ ਦੇ ਵੀ ਛੱਡ ਦਿੱਤੇ ਸਨ ਤੇ ਬੜੇ ਚਾਅ ਨਾਲ ਵਿਆਹ ਕਰਵਾਇਆ ਸੀ ਅਸੀਂ ਪਰ ਮੈਂ ਵੀ ਰਘੂ ਕਰਕੇ ਆਪਣੀ ਮਾਂ ਨੂੰ ਛੱਡ ਦਿੱਤਾ ਸੀ ਜਿਹੜੀ ਕਿ ਮੇਰੀ ਵੱਡੀ ਗਲਤੀ ਸੀ ਤੇ ਉਸ ਤੋਂ ਵੱਡੀ ਗਲਤੀ ਕੀਤੀ ਮੈਂ ਰਘੂ ਨਾਲ ਵਿਦੇਸ਼ ਜਾ ਉਹ ਮੇਰੇ ਨਾਲ ਪਹਿਲ ਤਾਂ ਬੜੇ ਪਿਆਰ ਨਾਲ ਰਿਹਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਸਨੇ ਕਦੋਂ ਉੱਥੇ ਜਾ ਵੀ ਕੋਈ ਗੋਰੀ ਫਸਾ ਲਈ ਤੇ ਉਸ ਨਾਲ ਵਿਆਹ ਕਰਵਾ ਮੈਨੂੰ ਛੱਡ ਦਿੱਤਾ। ਇੱਥੋਂ ਤੱਕ ਕਿ ਮੇਰਾ ਪਾਸਪੋਰਟ ਤੱਕ ਉਸਨੇ ਨਾ ਦਿੱਤਾ। ਸਹਿਜ ਪਰ ਰੀਨਾ ਤੂੰ ਤਾਂ ਉੱਥੇ ਇਹ ਕਿਹਾ ਸੀ ਉਸ ਦੁਕਾਨ ਦੀ ਮਾਲਕਣ ਨੂੰ ਕਿ ਤੂੰ ਰਘੂ ਨਾਲ ਹੈ ਹੁਣ। ਰੀਨਾ ਝੂਠ ਕਿਹਾ ਸੀ। ਮੈਂ ਜਾਣਦੀ ਸੀ ਕਿ ਅਗਰ ਤੁਸੀਂ ਉੱਥੇ ਰਹੋਗੇ ਤਾਂ ਮੈਂ ਉੱਥੇ ਜ਼ਿਆਦਾ ਦੇਰ ਨਹੀਂ ਸੀ ਰਹਿ ਸਕਦੀ। ਇਸੇ ਲਈ ਮੈਂ ਝੂਠ ਬੋਲ ਉੱਥੋਂ ਕਿਸੇ ਦੂਸਰੇ ਸ਼ਹਿਰ ਚਲੀ ਗਈ ਸੀ ਪਰ ਫਿਰ ਉੱਥੇ ਜਾ ਵੀ ਮੈਂ ਹਫ਼ਤਾ ਹੀ ਰਹੀ ਕਿ ਉੱਥੇ ਮੇਰੇ ਸਿਰ ਕਿਸੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਤੇ ਮੈਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਸਹਿਜ ਅੱਛਾ ਫਿਰ
ਰੀਨਾ ਫਿਰ ਕੀ ਜਦੋਂ ਪੁਲਿਸ ਹਵਾਲੇ ਕਰ ਦਿੱਤਾ ਗਿਆ ਤਾਂ ਪੁਲਿਸ ਵਾਲਿਆਂ ਜਦੋਂ ਮੈਨੂੰ ਪੁੱਛਤਾਛ ਕੀਤੀ ਤੇ ਫਿਰ ਉਹਨਾਂ ਮੈਨੂੰ ਦੱਸਿਆ ਕਿ ਮੇਰੇ ਵੀਜ਼ੇ ਨੂੰ ਤਾਂ ਖਤਮ ਹੋਇਆ ਮਹੀਨਾ ਹੋ ਚੁੱਕਾ ਹੈ ਤੇ ਹੁਣ ਉਹ ਇੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਹੈ। ਮਸਾਂ ਉੱਥੇ ਮੈਂ ਮਿੰਨਤਾਂ ਤਰਲੇ ਕਰ ਆਪਣੀ ਬੇਗੁਨਾਹੀ ਦਾ ਸਬੂਤ ਪੇਸ਼ ਕੀਤਾ ਤੇ ਫਿਰ ਇੱਕ ਭਲੇ ਪੰਜਾਬੀ ਆਦਮੀ ਨੇ ਮੈਨੂੰ ਉਸ ਚੁੰਗਲ ਵਿੱਚੋਂ ਕੱਢ ਇੱਧਰ ਆਉਣ ਲਈ ਕੋਈ ਰਾਸਤਾ ਜਦੋਂ ਨਾ ਮਿਲਿਆ ਤਾਂ ਸਿੱਧਾ ਡਿਪੋਰਟ ਕਰਵਾ ਹੀ ਇੱਧਰ ਭੇਜ ਦਿੱਤਾ। ਚਲੋ ਕਿਸੇ ਬਹਾਨੇ ਮੈਂ ਉਸ ਬੇਗਾਨੇ ਮੁਲਕੋਂ ਦਰ-ਦਰ ਠੋਕਰਾਂ ਖਾਣ ਨਾਲੋਂ ਚੰਗਾ ਆਪਣੇ ਮੁਲਕ ਆ ਗਈ। ਸਹਿਜ ਇੰਨਾ ਕੁਝ ਹੋ ਗਿਆ ਤੇਰੇ ਨਾਲ ਰੀਨਾ? ਰੀਨਾ ਹਾਂਜੀ, ਪਰ ਰੱਬ ਦਾ ਸ਼ੁਕਰ ਹੈ ਉਸਨੇ ਮੈਨੂੰ ਇੰਨੀ ਚੰਗੀ ਮਾਂ ਦਿੱਤੀ ਜਿਸਨੇ ਮੈਨੂੰ ਅਪਣਾ ਲਿਆ। ਪਰ ਤੁਸੀਂ ਪਲੀਜ਼ ਉਹਨਾਂ ਨੂੰ ਇਹ ਨਾ ਦੱਸਣਾ ਕਿ ਮੈਂ ਵਿਦੇਸ਼ ਜਾ ਆਈ। ਦਰਅਸਲ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ, ਤੁਸੀਂ ਵੀ ਨਾ ਦੱਸਣਾ ਪਲੀਜ਼। ਸਹਿਜ ਠੀਕ ਹੈ, ਪਰ ਆਪਣਾ ਧਿਆਨ ਰੱਖੋ। ਤੁਸੀਂ ਇੰਨੇ ਨੂੰ ਕਰਨ ਆ ਗਏ। ਕਰਨ ਸਹਿਜ ਤੁਸੀਂ ਗਏ ਨਹੀਂ ਘਰ ਅਜੇ? ਸਹਿਜ ਨਹੀਂ, ਉਹ ਦਰਅਸਲ ਰੀਨਾ ਦੀ ਤਬੀਅਤ ਖਰਾਬ ਹੋ ਗਈ ਸੀ। ਕਰਨ ਕੀ ਹੋਇਆ? ਰੀਨਾ ਠੀਕ ਤਾਂ ਹੋ ਤੁਸੀਂ? ਅਗਰ ਨਹੀਂ ਠੀਕ ਲੱਗ ਰਿਹਾ ਤੁਸੀਂ ਰੈਸਟ ਕਰੋ ਇੱਥੇ। ਰੀਨਾ ਨਹੀਂ ਸਰ, ਮੈਂ ਠੀਕ ਹਾਂ। ਕਰਨ ਠੀਕ ਹੈ, ਫਿਰ ਵੀ ਕੁਝ ਵਕਤ ਆਰਾਮ ਕਰ ਲਵੋ। ਇੰਨਾ ਕਹਿ ਕਰਨ ਮੈਨੂੰ ਆਪਣੇ ਨਾਲ ਲੈ ਗਿਆ। ਕਹਿ ਸਹਿਜ ਤੁਸੀਂ ਰੀਨਾ ਨੂੰ ਅਜੇ 1-2 ਦਿਨ ਕੰਮ ਘੱਟ ਹੀ ਕਰਨ ਦਿਓ। ਕਰਨ ਕੀ ਗੱਲ, ਠੀਕ ਤਾਂ ਹੈ ਨਾ? ਮੈਂ ਕਰਨ ਨੂੰ ਸਾਰੀ ਗੱਲ ਦੱਸੀ ਕਿ ਇੰਜ ਰੀਨਾ ਨਾਲ ਕੀ ਹੋਇਆ ਤੇ ਉਹ ਹੁਣ ਮਾਂ ਬਣਨ ਵਾਲੀ ਹੈ। ਮੈਂ ਕਰਨ ਨੂੰ ਦੱਸ ਹੀ ਰਹੀ ਸੀ, ਅੱਧਾ ਘੰਟਾ ਹੋ ਚੁੱਕਾ ਸੀ ਕਿ ਨਰਸ ਭੱਜ ਕੇ ਰੂਮ ਵਿੱਚ ਆਈ ਤੇ ਕਿਹਾ ਕਿ ਉਹ ਸਰ ਰੀਨਾ ਮੈਮ। ਕਰਨ ਕੀ ਹੋਇਆ? ਮੈਂ ਤੇ ਕਰਨ ਡਰ ਗਏ ਤੇ ਭੱਜ ਕੇ ਉਸ ਕਮਰੇ ਵਿੱਚ ਗਏ ਜਿੱਥੇ ਰੀਨਾ ਸੀ। ਉੱਥੇ ਜਾ ਅਸੀਂ ਦੇਖਿਆ ਕਿ ਰੀਨਾ ਦਾ ਖੁਦ ਦਾ ਬੁਰਾ ਹਾਲ ਕੀਤਾ ਪਿਆ ਸੀ ਤੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੀ ਸੀ ਤੇ ਕਹਿ ਰਹੀ ਸੀ ਕਿ ਉਸਨੂੰ ਇਹ ਬੱਚਾ ਨਹੀਂ ਚਾਹੀਦਾ ਤੇ 2 ਨਰਸਾਂ ਉਸਨੂੰ ਰੋਕਣ ਤੇ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਮੈਂ ਵੀ ਜਾ ਰੀਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਨਾ ਹੀ ਹਟੀ ਤਾਂ ਮੈਂ ਦੋਹਾਂ ਨਰਸਾਂ ਨੂੰ ਕਿਹਾ ਕਿ ਛੱਡ ਦੇਵੋ, ਇਸ ਨੂੰ ਕਰ ਲੈਣ ਦਿਓ, ਇਸ ਨੂੰ ਆਪਣੇ ਬੱਚੇ ਦਾ ਕਤਲ। ਜਦੋਂ ਇਹ ਕਹਿ ਸਭ ਨੇ ਉਸਨੂੰ ਛੱਡ ਦਿੱਤਾ ਤਾਂ ਰੀਨਾ ਆਪਣੇ ਪੇਟ ਵਿੱਚ ਪਈ ਉੱਥੇ ਕੈਂਚੀ ਮਾਰਨ ਹੀ ਲੱਗੀ ਸੀ। ਸਹਿਜ ਹਾਂ ਮਾਰ ਦੇ ਇਸ ਬੱਚੇ ਨੂੰ, ਪਰ ਇਸ ਵਿੱਚ ਜੋ ਕੁਝ ਤੇਰੇ ਨਾਲ ਹੋਇਆ ਇਸ ਵਿੱਚ ਇਸ ਵਿਚਾਰੇ ਦਾ ਕੀ ਦੋਸ਼? ਇਹ ਦੱਸ ਦੇਵੇ ਇੱਕ ਵਾਰ ਉਹ ਮੈਨੂੰ ਬਸ। ਰੀਨਾ ਨਹੀਂ। ਇਹ ਸੁਣ ਰੀਨਾ ਉੱਚੀ ਫਿਰ ਤੋਂ ਰੋਣ ਲੱਗੀ ਤੇ ਉਸਦੇ ਹੱਥ ਫੜੀ ਕੈਂਚੀ ਇਹ ਸੁਣ ਗਿਰ ਗਈ ਤੇ ਉਹ ਬੈੱਡ ਤੇ ਆਪਣਾ ਸਿਰ ਫੜ ਬੈਠ ਗਈ। ਸਹਿਜ ਰੀਨਾ ਸੰਭਾਲ ਆਪਣੇ ਆਪ ਨੂੰ। ਕੀ ਕਰਨ ਜਾ ਰਹੀ ਸੀ ਤੂੰ? ਦੱਸ ਪਾਗਲ ਹੈ? ਜੋ ਤੇਰੇ ਨਾਲ ਹੋਇਆ ਉਹ ਠੀਕ ਗਲਤ ਹੈ, ਪਰ ਜੋ ਤੂੰ ਇਸ ਨੰਨੀ ਜਾਨ ਨਾਲ ਕਰਨ ਜਾ ਰਹੀ ਸੀ ਕੀ ਇਹ ਠੀਕ ਸੀ? ਰੀਨਾ ਇਹ ਸੁਣ ਰੀਨਾ ਰੋ ਕੇ ਕਹਿਣ ਲੱਗੀ, ਨਹੀਂ ਮੇਰੇ ਤੋਂ ਗਲਤੀ ਹੋ ਗਈ ਸਹਿਜ, ਮੈਨੂੰ ਮਾਫ ਕਰ ਦੇ। ਮੈਂ ਭਟਕ ਗਈ ਸੀ, ਮੈਨੂੰ ਲੱਗਿਆ ਮੈਂ ਕੀ ਕਰਾਂਗੀ ਇਸ ਦਾ, ਕੀ ਜਵਾਬ ਦੇਵਾਂਗੀ ਇਸ ਨੂੰ ਜਦੋਂ ਇਹ ਵੱਡਾ ਹੋ ਮੇਰੇ ਤੋਂ ਆਪਣੇ ਬਾਪ ਬਾਰੇ ਪੁੱਛੇਗਾ। ਪਹਿਲਾਂ ਤਾਂ ਮੈਂ ਉਸਨੂੰ ਬਹੁਤ ਸਮਝਾਇਆ ਤੇ ਕਿਹਾ ਕਿ ਉਂਝ ਇਹ ਨਾ ਸੋਚੋ, ਸਗੋਂ ਹੁਣ ਆਪਣਾ ਅਤੀਤ ਭੁੱਲ ਇਸ ਲਈ ਜੀਵੋ। ਸਹਿਜ ਦੇ ਕਹੇ ਦਾ ਕਿਤੇ ਜਾਂ ਫਿਰ ਰੀਨਾ ਤੇ ਅਸਰ ਹੋਇਆ। ਹੁਣ ਉਸ ਵਿੱਚ ਚਾਹ ਹੋਈ ਕਿ ਉਹ ਆਪਣੇ ਇਸ ਬੱਚੇ ਲਈ ਹੁਣ ਜੀਵੇਗੀ ਤੇ ਇਹੀ ਹੁਣ ਉਸਦੇ ਜੀਣ ਦੀ ਵਜ੍ਹਾ ਬਣੇਗਾ, ਕਿਉਂਕਿ ਇਸ ਸਭ ਵਿੱਚ ਇਸ ਦਾ ਕੋਈ ਦੋਸ਼ ਨਹੀਂ ਸੀ। ਫਿਰ ਸਹਿਜ ਸਮਝਾ ਘਰ ਆ ਗਈ ਤੇ ਘਰ ਆ ਉਸਨੇ ਇਹ ਸਭ ਆਪਣੀ ਮੰਮੀ ਨਾਲ ਤੇ ਦਾਦੀ ਨਾਲ ਸਾਂਝਾ ਕੀਤਾ। ਸਭ ਨੇ ਉਸਦੀ ਉਸ ਵੱਲੋਂ ਰੀਨਾ ਨਾਲ ਕੀਤੇ ਉਸਨੂੰ ਸਮਝਾਉਣ ਲਈ ਉਸਦੀ ਪ੍ਰਸ਼ੰਸਾ ਕੀਤੀ। ਉਧਰ ਰੀਨਾ ਨੇ ਵੀ ਸਭ ਆਪਣੀ ਮਾਂ ਨੂੰ ਸੱਚ ਦੱਸ ਦਿੱਤਾ। ਰੀਨਾ ਦੀ ਮਾਂ ਨੇ ਪਹਿਲਾਂ ਤਾਂ ਰੀਨਾ ਨੂੰ ਕਾਫੀ ਕਿਹਾ, ਪਰ ਇੱਕ ਮਾਂ ਹਮੇਸ਼ਾ ਆਪਣੇ ਬੱਚੇ ਨੂੰ ਮਾਫ ਕਰਦੀ ਤੇ ਫਿਰ ਹੁਣ ਤਾਂ ਰੀਨਾ ਖੁਦ ਮਾਂ ਬਣਨ ਵਾਲੀ ਸੀ। ਇਸੇ ਤਰ੍ਹਾਂ ਫਿਰ 4 ਮਹੀਨੇ ਖੁਸ਼ੀ-ਖੁਸ਼ੀ ਬੀਤ ਗਏ। ਰੀਨਾ ਅਜੇ ਤਾਂ ਹਸਪਤਾਲ ਕੰਮ ਲਈ ਆਉਂਦੀ ਸੀ ਤੇ ਹੁਣ ਉਹ ਜ਼ਿਆਦਾ ਵਕਤ ਹਸਪਤਾਲ ਆਰਾਮ ਹੀ ਕਰਦੀ ਸੀ। ਫਿਰ ਇੱਕ ਦਿਨ ਸਹਿਜ ਆਪਣੇ ਘਰ ਸ਼ਾਮ ਵਕਤ ਟੇਬਲ ਤੇ ਕਰਨ ਨੂੰ ਖਾਣਾ ਪਰੋਸ ਰਹੀ ਸੀ ਕਿ ਅਚਾਨਕ ਸਹਿਜ ਦੀ ਤਬੀਅਤ ਵਿਗੜ ਗਈ।
ਸਾਰੇ ਘਰ ਦੇ ਹੈਰਾਨ ਪਰੇਸ਼ਾਨ ਹੋ ਗਏ। ਕਰਨ ਸਹਿਜ ਨੂੰ ਲੈ ਹਸਪਤਾਲ ਪਹੁੰਚ ਗਿਆ ਤੇ ਉੱਥੇ ਜਾ ਸਹਿਜ ਦੇ ਸਭੇ ਟੈਸਟ ਵਗੈਰਾ ਕੀਤੇ ਗਏ ਤੇ ਜਦੋਂ ਸਹਿਜ ਦੇ ਟੈਸਟ ਵਗੈਰਾ ਕੀਤੇ ਗਏ ਤਾਂ ਉਸ ਦੇ ਸਿਹਤ ਵਿਗੜਨ ਦੀ ਵਜ੍ਹਾ ਨੇ ਸਭ ਨੂੰ ਇੱਕ ਪਲ ਲਈ ਤਾਂ ਹੈਰਾਨ ਕਰ ਦਿੱਤਾ। ਜਦੋਂ ਡਾਕਟਰ ਨੇ ਦੱਸਿਆ ਕਿ ਸਹਿਜ ਦੀ ਸਿਹਤ ਵਿਗੜਨ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਬਲਕਿ ਖੁਸ਼ਖਬਰੀ ਦੀ ਗੱਲ ਹੈ ਤੇ ਸਹਿਜ ਵੀ ਹੁਣ ਮਾਂ ਬਣਨ ਵਾਲੀ ਸੀ ਤਾਂ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਡਾਕਟਰ ਨੇ ਕਿਹਾ ਕਿ ਉਹਨਾਂ ਨੂੰ ਹੁਣ ਸਹਿਜ ਦਾ ਬਹੁਤ ਖਿਆਲ ਰੱਖਣਾ ਪਏਗਾ ਤੇ ਸਹਿਜ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਸੀ। ਘਰ ਆਉਂਦੇ ਹੀ ਪੂਰੇ ਘਰ ਨੂੰ ਰੋਸ਼ਨਾਇਆ ਗਿਆ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ ਤੇ ਕਰਨ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਖੁਸ਼ੀ ਦੇ ਮਾਰੇ ਕਿ ਉਹ ਪਾਪਾ ਬਣਨ ਵਾਲਾ ਹੈ। ਸੋ ਹੁਣ ਮੰਮੀ ਨੇ ਸਹਿਜ ਨੂੰ ਸਾਫ਼ ਮਨਾ ਕਰ ਦਿੱਤਾ ਕਿ ਹੁਣ ਉਹ ਸਿਰਫ ਆਰਾਮ ਹੀ ਕਰੇਗੀ ਬਸ ਤੇ ਘਰ ਦਾ ਇੱਕ ਵੀ ਕੰਮ ਨਹੀਂ ਕਰੇਗੀ, ਆਪਣਾ ਖਿਆਲ ਰੱਖੇਗੀ ਤੇ ਅਗਰ ਕਿਸੇ ਚੀਜ਼ ਦੀ ਜ਼ਰੂਰਤ ਵੀ ਹੋਵੇ ਤਾਂ ਉਹ ਉਹਨਾਂ ਨੂੰ ਕਹੇਗੀ, ਨਹੀਂ ਘਰ ਵਿੱਚ ਕੰਮ ਕਰਨ ਵਾਲਿਆਂ ਨੂੰ। ਬਸ ਸਹਿਜ ਬਹੁਤ ਖੁਸ਼ ਸੀ ਕਿ ਸਭੇ ਉਸਦੀ ਕਿੰਨੀ ਪਰਵਾਹ ਤੇ ਉਸਨੂੰ ਕਿੰਨਾ ਪਿਆਰ ਕਰਦੇ ਸਨ ਤੇ ਬਸ ਹੁਣ ਉਹ ਇੰਤਜ਼ਾਰ ਕਰ ਰਹੀ ਸੀ ਕਿ ਜਲਦੀ ਜਲਦੀ ਉਹ ਆਪਣੀ ਬਾਪੂ ਤੇ ਪਿਆਰੀ ਨਾਲ ਇਹ ਖਬਰ ਸਾਂਝੀ ਕਰੇ। ਉਸ ਤੋਂ ਬਾਅਦ ਜਦੋਂ ਉਸਨੂੰ ਕਮਰੇ ਵਿੱਚ ਆਰਾਮ ਕਰਨ ਲਈ ਛੱਡਿਆ ਗਿਆ ਤਾਂ ਉਸਨੇ ਕਮਰੇ ਵਿੱਚ ਆਉਂਦੇ ਹੀ ਪਿਆਰੀ ਨੂੰ ਫੋਨ ਲਗਾ ਲਿਆ ਤੇ ਉਹਨਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਪਿਆਰੀ ਤੇ ਬਾਪੂ ਜੀ ਦੀ ਤਾਂ ਇਹ ਖਬਰ ਸੁਣ ਖੁਸ਼ੀ ਦਾ ਠਿਕਾਣਾ ਹੀ ਨਾ ਰਿਹਾ ਤੇ ਉਹਨਾਂ ਕਿਹਾ ਕਿ ਉਹ 1-2 ਦਿਨ ਵਿੱਚ ਹੀ ਉਸ ਕੋਲ ਪਹੁੰਚਣਗੇ। ਫਿਰ 2 ਦਿਨਾਂ ਬਾਅਦ ਹੀ ਬਾਪੂ ਤੇ ਪਿਆਰੀ ਪਹੁੰਚ ਗਏ ਦਿੱਲੀ ਤੇ ਪਿਆਰੀ ਬਣਾ ਲਿਆਈ ਘਰ ਦੇ ਕੱਢੇ ਦੇਸੀ ਘੀ ਦੇ ਮੇਰੇ ਤੇ ਪੂਰੇ ਪਰਿਵਾਰ ਲਈ ਪਿੰਨੀਆਂ ਬਣਾ। ਮੇਰੇ ਸਹੁਰੇ ਘਰ ਦੇ ਵੀ ਬਾਪੂ ਜੀ ਹੁਣਾਂ ਨੂੰ ਮਿਲ ਬਹੁਤ ਖੁਸ਼ ਹੋਏ ਤੇ ਦਾਦੀ ਜੀ ਨੇ ਤਾਂ ਬਾਪੂ ਜੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਪਿੰਡ ਛੱਡ ਇੱਥੇ ਹੀ ਆ ਜਾਣ ਸਾਡੇ ਕੋਲ। ਭਲਾ ਪਿੰਡ ਹੁਣ ਉਹਨਾਂ ਦੋਹਾਂ ਕੋਲ ਹੋਰ ਹੈ ਵੀ ਕੌਣ। ਪਰ ਬਾਪੂ ਜੀ ਨੇ ਮਨਾ ਕਰ ਦਿੱਤਾ ਕਿ ਮਾਪੇ ਧੀਆਂ ਘਰ ਨਹੀਂ ਰਹਿੰਦੇ। ਜਿਸ ਨੂੰ ਸੁਣ ਕਰਨ ਨੇ ਕਿਹਾ ਕਿ ਕਿਉਂ ਉਹ ਉਸਨੂੰ ਆਪਣਾ ਬੇਟਾ ਨਹੀਂ ਸਮਝਦੇ। ਬਾਪੂ ਜੀ ਕੋਲ ਬਸ ਫੇਰ ਇਸ ਗੱਲ ਦਾ ਕੋਈ ਜਵਾਬ ਹੀ ਨਾ ਰਿਹਾ ਤੇ ਫਿਰ ਸਹਿਜ ਨੇ ਵੀ ਕਹਿ ਹੀ ਦਿੱਤਾ ਕਿ ਉਹ ਇੱਥੇ ਹੀ ਆ ਜਾਣ, ਪਿੰਡ ਜ਼ਮੀਨ ਵਗੈਰਾ ਵੇਚ ਇੱਥੇ ਉਸਦੇ ਕੋਲ ਹੀ ਰਹਿਣ। ਜਿਸ ਤੋਂ ਬਾਅਦ ਬਾਪੂ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਉਹ ਕਰਦੇ ਕੋਈ ਹਿੱਲਾ। ਕੁਝ ਦਿਨ ਬੀਤੇ ਤੇ ਫਿਰ ਸਹਿਜ ਰੋਜ਼ ਦੀ ਤਰ੍ਹਾਂ ਹਸਪਤਾਲ ਕਰਨ ਲਈ ਖਾਣਾ ਲੈ ਕੇ ਗਈ। ਉਧਰ ਅੱਜ ਰੀਨਾ ਨੇ ਵੀ ਹਸਪਤਾਲ ਛੁੱਟੀ ਦੀ ਅਰਜ਼ੀ ਦੇ ਦਿੱਤੀ ਤੇ ਜਦੋਂ ਸਹਿਜ ਰੀਨਾ ਨੂੰ ਮਿਲੀ ਤਾਂ ਉਸਨੇ ਆਪਣੀ ਖੁਸ਼ੀ ਰੀਨਾ ਨਾਲ ਸਾਂਝੀ ਕੀਤੀ, ਜਿਸ ਨੂੰ ਸੁਣ ਰੀਨਾ ਬਹੁਤ ਖੁਸ਼ ਹੋਈ ਤੇ ਫਿਰ ਸਹਿਜ ਨੇ ਕਰਨ ਨੂੰ ਕਿਹਾ ਕਿ ਜੇ ਉਹ ਹੋ ਸਕਣ ਤਾਂ ਰੀਨਾ ਨੂੰ ਛੁੱਟੀ ਵਕਤ ਵੀ ਬਣਦੀ ਸੈਲਰੀ ਦਿੰਦੇ ਰਹਿਣ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਫਿਰ ਕਰਨ ਨੇ ਸਹਿਜ ਦੇ ਕਹੇ ਮੁਤਾਬਕ ਹੀ ਕੀਤਾ ਤੇ ਰੀਨਾ ਨੂੰ ਕਿਹਾ ਕਿ ਹਰ ਮਹੀਨੇ ਉਸਦੇ ਮਹੀਨੇ ਦੀ ਸੈਲਰੀ ਉਸਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਇਹ ਕਹਿ ਰੀਨਾ ਨੇ ਹਸਪਤਾਲ ਤੋਂ ਵਿਦਾ ਲਿਆ ਤੇ ਉਹ ਘਰ ਚਲੀ ਗਈ। ਸਹਿਜ ਤੇ ਕਰਨ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਕੱਟ ਰਹੀ ਸੀ ਕਿ ਮਹੀਨੇ ਬਾਅਦ ਫਿਰ ਇੱਕ ਦਿਨ ਰੀਨਾ ਨੇ ਸਹਿਜ ਨੂੰ ਫੋਨ ਕੀਤਾ ਤੇ ਕਿਹਾ ਕਿ ਅਗਰ ਉਹ ਉਸ ਤੇ ਇੱਕ ਅਹਿਸਾਨ ਕਰ ਦੇਵੇ ਤਾਂ ਉਸ ਦਾ ਬਹੁਤ ਧੰਨਵਾਦ ਹੋਵੇਗਾ। ਜਿਸ ਨੂੰ ਸੁਣ ਜਦੋਂ ਸਹਿਜ ਨੇ ਉਸ ਤੋਂ ਪੁੱਛਿਆ ਕਿ ਤਾਂ ਰੀਨਾ ਨੇ ਕਿਹਾ ਕਿ ਉਹਨਾਂ ਨੂੰ ਇੱਕ ਛੋਟਾ ਜਿਹਾ ਘਰ ਚਾਹੀਦਾ ਹੈ, ਅਗਰ ਉਹ ਉਹਨਾਂ ਨੂੰ ਕੋਈ ਛੋਟਾ ਜਿਹਾ ਘਰ ਦਿਵਾ ਦੇਣ ਕਿਉਂਕਿ ਉਹ ਇੱਥੇ ਨਹੀਂ ਰਹਿ ਸਕਦੀ, ਇੱਥੇ ਦੇ ਲੋਕ ਉਸ ਨੂੰ ਜੀਣ ਨਹੀਂ ਦੇਣਗੇ। ਫਿਰ ਸਹਿਜ ਨੇ ਕਰਨ ਨਾਲ ਗੱਲ ਕਰ ਉਸ ਨੂੰ ਆਪਣੇ ਘਰ ਦੇ ਕੋਲ ਹੀ ਇੱਕ ਘਰ ਦਿਵਾ ਦਿੱਤਾ ਤੇ ਰੀਨਾ ਤੇ ਉਸਦੀ ਮਾਂ ਆਪਣਾ ਸਭ ਵੇਚ ਉੱਥੇ ਆ ਗਈਆਂ ਜੋ ਕਿ ਸਹਿਜ ਦੇ ਘਰ ਦੇ ਕੋਲ ਹੀ ਸੀ। ਰੀਨਾ ਤੇ ਸਹਿਜ ਹੁਣ ਤੱਕ ਬਹੁਤ ਚੰਗੀਆਂ ਦੋਸਤ ਬਣ ਚੁੱਕੀਆਂ ਸਨ। ਸਹਿਜ ਦੇ ਘਰ ਦੇ ਵੀ ਰੀਨਾ ਨੂੰ ਬਹੁਤ ਪਿਆਰ ਕਰਦੇ ਤੇ ਰੀਨਾ ਦਾ ਸਹਿਜ ਦੇ ਘਰ ਆਉਣ ਜਾਣ ਲੱਗਿਆ ਰਹਿੰਦਾ। ਹੁਣ ਕਰਨ ਵੀ ਹਸਪਤਾਲ ਵਿੱਚ ਸਿਰਫ ਕੰਮ ਸਿਲਸਿਲੇ ਹੀ ਜਾਂਦੇ, ਜ਼ਿਆਦਾ ਵਕਤ ਉਹ ਸਹਿਜ ਦੇ ਆਸ-ਪਾਸ ਹੀ ਰਹਿੰਦੇ। ਘਰ ਦਾਦੀ ਤੇ ਮੰਮੀ ਵੀ ਸਹਿਜ ਦਾ ਪੂਰਾ ਧਿਆਨ ਰੱਖਦੀਆਂ। 2-3 ਮਹੀਨੇ ਇੰਜ ਹੀ ਹਰ ਖੁਸ਼ੀ ਬੀਤ ਗਏ। ਆਖਿਰ ਉਹ ਦਿਨ ਆਇਆ ਜਿਸ ਦਿਨ ਰੀਨਾ ਦੇ ਬੱਚੇ ਦਾ ਜਨਮ ਹੋਣ ਵਾਲਾ ਸੀ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਜਲਦ ਹੀ ਪੇਸ਼ ਕੀਤਾ ਜਾਵੇਗਾ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਪਹੁੰਚ ਸਕਣ।
ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।